सतनाम श्री वाहिगुरु साहिब जियो। राग वडहंस महला पहला। घर पंजवा अलाहणिया एक ओंकार सत गुर प्रसाद। नानक रुना बाबा जानिए जे रोवै लाए प्यारो। वाले वे कारण बाबा रोईए रोवण सगल बिकारो। नानक रुना बाबा जानिए जे रोवै लाए प्यारो। वाले वे कारण बाबा रोईए रोवण सगल बिकारो। रोवण सगल बिकारो गाफल संसारो। माया कारण रोवै चंगा मंदा किछ सूझै नाही। एह तन एवै खोवै ऐथे आया सब को जासी। कूड़ करहो अहंकारो। नानक रुना बाबा जानिए जे रोवै लाए प्यारो। ऐथे आया सब को जासी कूड़ करहो अहंकारो। नानक रुना बाबा जानिए जे रोवै लाए प्यारो। वाहिगुरु जी का खालसा वाहिगुरु जी की फतेह। सतगुरु पातशाह साहब जी दे पावन दरबार दियां हाज़रियां भरदिया गुरु पातशाह साहब जी दे अपने ही निज पावन स्वरूप शब्द नाल चित ला के जद आप सावधान ते एकाग्र चीत होए जुड़ मिल बैठे हो। पातशाह गुरुदेव जी दियां बेअंत महरहमतां ते वडियाइयां जो सत संगत विच सदा वरतदियां ने आप उन्हां दे सांझी ते धारणी होयो। किरपालता करना अपने निर्मल हिरदे चों अरदास करना जो गुरु पातशाह साहब जी रहमत करन। पावन शब्द दी विचार बोलण दा ताण ਅਤੇ विचार दा प्रवाह बख्श। एक बार आसीस दिंदिया ਅੰਮ੍ਰਿਤ दृष्टि पा के जपना जी सतनाम श्री वाहिगुरू। गरीब निवास घट घट के वासी श्री अकाल पुरख वाहिगुरु जी का कोटान कोट शुकराना जो सच्चे पातशाह साहब जी ने किरपा की है। ਹੁਣ तक ਦਾ ਸਮਾਂ ਰਾਤਰੀ ਦੇ ਰੂਪ 'ਚ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਅਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਮਹਾਰਾਜ ਦੀ ਰਹਿਮਤਾਂ ਦਾ ਦਰ ਖੁੱਲ੍ਹਿਆ। ਜਿਹੜੇ ਜੀ ਸਥਾਨਕ ਤੌਰ 'ਤੇ
ਨਿੱਤਾਂ ਪ੍ਰਤੀ ਹਾਜ਼ਰੀਆਂ ਭਰਦੇ ਨੇ। ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਹਾਜ਼ਰੀਆਂ ਭਰੀਆਂ ਅਤੇ ਆਉਣ ਵਾਲੇ ਸਮੇਂ 'ਚ ਸ਼ਾਮ ਤੱਕ ਜਿਨ੍ਹਾਂ ਇਸ ਪਾਵਨ ਦਰਬਾਰ 'ਚ ਨਤਮਸਤਕ ਹੋਣ ਵਾਸਤੇ ਪਹੁੰਚਣਾ ਨੇ, ਸਾਰਿਆਂ ਲਈ ਸਾਂਝਾ ਉਪਦੇਸ਼ ਜੋ ਕਦੇ ਕਦੇ ਆਪੇ ਪੜ੍ਹਦੇ ਨੇ, ਉਪਦੇਸ਼ ਸਗਲਾ ਸਾਰਿਆਂ ਵਾਸਤੇ ਸਾਂਝਾ ਹੈ। ਇਹ ਸਭ ਨੂੰ ਸਾਂਝਾ ਹੈ। ਭਾਈ ਕੋਈ ਆਵੇ, ਇੱਕੋ ਹੀ ਬਚਨ ਸਾਰਿਆਂ ਲਈ ਹੈ। ਭਾਈ ਇੱਕ ਹੀ ਵਿਚਾਰ ਹੈ, ਅਤੇ ਅੱਜ ਜੋ ਵਿਚਾਰ ਦਿੱਤਾ ਹੈ ਥੋੜ੍ਹਾ ਜਿਹਾ ਰਹੱਸਵਾਦੀ ਹੈ, ਸਮਝਣ ਵਾਸਤੇ ਟਿਕਾਊ ਚਾਹੀਦਾ ਹੈ। ਉਮਕਿਓ ਹਿਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖਾਂ ਪ੍ਰਿਯ ਜਾਈ। ਮੇਰੇ ਮਨ ਵਿੱਚ ਉਤਸ਼ਾਹ ਪੈਦਾ ਹੋ ਗਿਆ, ਮੈਂ ਦੇਖਾਂ ਮੇਰਾ ਪ੍ਰਭੂ ਕੈਸਾ ਹੈ। ਆਪਣੇ ਪ੍ਰਭੂ ਨੂੰ, ਆਪਣੇ ਸਾਹਿਬ ਨੂੰ ਦੇਖਣ ਦਾ ਮਨ ਚਾਅ ਪੈਦਾ ਹੋ ਗਿਆ। ਉਮਕਿਓ ਉਤਸ਼ਾਹ। ਟੀਕਾਕਾਰ ਕਹਿੰਦੇ ਨੱਚ ਪਿਆ। ਅਤੇ ਨੱਚਦਾ ਵਿਅਕਤੀ ਕਦੋਂ ਹੈ? ਜਦੋਂ ਬਹੁਤ ਉਤਸ਼ਾਹ ਹੁੰਦਾ। ਕਦੇ ਵੇਖਿਆ ਵੀ ਕੋਈ ਗਮੀ 'ਚ ਨੱਚਦਾ ਹੋਵੇ, ਉਦਾਸ ਹੋਵੇ ਅਤੇ ਨੱਚਦਾ ਹੋਵੇ? ਕਿਸੇ ਕਾਰਨ ਘਰ ਪਰਿਵਾਰ ਸੰਸਾਰ ਵਿਵਹਾਰ ਦੀਆਂ ਪਰੇਸ਼ਾਨੀਆਂ 'ਚ ਬੈਠਾ ਬੰਦਾ ਨੱਚਦਾ ਹੋਵੇ? ਨਹੀਂ। ਉਤਸ਼ਾਹ ਹੁੰਦਾ ਹੈ, ਖੇੜਾ ਹੁੰਦਾ ਹੈ, ਘਰ ਕੋ ਖੁਸ਼ੀ ਹੁੰਦੀ ਹੈ, ਉਸ ਨੂੰ ਸੁੱਖ ਦਾ ਕੋਈ ਵੱਡਾ ਸੁਨੇਹਾ ਮਿਲਦਾ ਅਤੇ ਨੱਚਣ ਲੱਗ ਪੈਂਦਾ। ਅਤੇ ਅਗਲਾ ਪੁੱਛਦਾ ਵੀ ਕੀ ਗੱਲ ਹੈ, ਇੰਨਾ ਨੱਚਦੇ ਕਿਉਂ? ਕਿ ਖੁਸ਼ੀ ਮਿਲੀ ਹੈ, ਮਨ ਨੱਚਣ ਲੱਗ ਪਿਆ, ਮਨ ਉਤਸ਼ਾਹ ਵਿੱਚ ਆ ਗਿਆ। ਕਿਉਂ? ਅੱਜ ਪ੍ਰਭੂ ਜੀ ਦੀ ਖੋਜ ਆਰੰਭ ਕਰਨੀ ਹੈ, ਪ੍ਰਭੂ ਜੀ ਨੂੰ ਮਿਲਣ ਦਾ ਚਾਅ ਪੈਦਾ ਹੋ ਗਿਆ। ਗੁਰਦੇਵ ਕਿਰਪਾ ਕਰਨ ਅਸਾਂ ਸਾਰਿਆਂ ਦੇ ਹਿਰਦਿਆਂ 'ਚ ਚਾਅ ਪੈਦਾ ਹੋਵੇ, ਪਰ ਇਹਦੇ ਨਾਲ ਨਾਲ ਅਗਲੀਆਂ ਗੱਲਾਂ ਸਮੇਂ ਦੇ ਨਾਲ ਸਮਝਦੇ ਵਿਚਾਰਦੇ ਰਹਿਣਾ ਵੀ ਕੀ ਬਾਹਰੋਂ ਲੱਭਿਆ ਪ੍ਰਭੂ ਮਿਲੇ ਜੀਗਾ, ਕੀ ਬਾਹਰੋਂ ਲੱਭਣ ਵਾਸਤੇ ਕੋਈ ਜੋ ਘਰੋਂ ਤੁਰ ਪਿਆ ਕਿ ਉਸ ਨੂੰ ਅਜੇ ਤੱਕ ਪ੍ਰਮਾਤਮਾ ਮਿਲਿਆ। ਬਲਕਿ ਸਿਆਣਿਆਂ ਦੇ ਦਰਸ਼ਨ ਨੂੰ ਪੜ੍ਹੀਏ, ਸਮਝੀਏ, ਅਤੇ ਜਿਨ੍ਹਾਂ ਨੇ ਘਰ ਛੱਡਿਆ ਪ੍ਰਭੂ ਜੀ ਦੀ ਤਲਾਸ਼ ਵਾਸਤੇ, ਕਈ ਤਾਂ ਉਹਨਾਂ 'ਚੋਂ ਅਖੀਰ ਵਕਤ 'ਤੇ ਪ੍ਰਭੂ ਦੀ ਹੋਂਦ ਤੋਂ ਵੀ ਇਨਕਾਰੀ ਹੋ ਗਏ। ਬੜਾ ਵੱਡਾ ਨਾਮ ਹੈ ਸਿਧਾਰਥ ਦਾ, ਜਿਹਨੂੰ ਆਪਾਂ ਮਹਾਤਮਾ ਬੁੱਧ ਕਹਿੰਦੇ ਹਾਂ। ਉਹਨਾਂ ਨੇ ਪਰਮਾਤਮਾ ਦੀ ਤਲਾਸ਼ ਵਿੱਚ, ਸੱਚ ਦੀ ਤਲਾਸ਼ ਕਰ ਛੱਡ ਦਿੱਤਾ। ਅਤੇ ਆਪਾਂ ਨੂੰ ਪਤਾ ਬਾਅਦ ਵਿੱਚ ਸਾਰੀ ਉਮਰ ਪਰਮਾਤਮਾ ਹੈਗਾ ਇਹ ਗੱਲ ਕਹਿ ਨਹੀਂ ਪਾਏ। ਸਿਆਣੀ ਉਮਰ ਹੋ ਗਈ ਜਦੋਂ ਬਹੁਤ ਕੁਝ ਜਾਣਨਾ, ਕੋਈ ਸ਼ਾਗਿਰਦ ਹੋ ਗਏ, ਦੂਰ ਤੱਕ ਪ੍ਰਸਿੱਧੀ ਵੀ ਹੋ ਗਈ। ਕਿਸੇ ਸਵਾਲ ਕੀਤਾ, ਮਹਾਤਮਾ ਜੀ ਕੀ ਤੁਸੀਂ ਮੰਨਦੇ ਹੋ ਪਰਮਾਤਮਾ ਹੈਗਾ? ਕਹਿਣ ਲੱਗਾ ਮੈਂ ਤਾਂ ਕੁਛ ਨਹੀਂ ਕਿਹਾ। ਕਹਿਣ ਲੱਗੇ ਕੀ ਤੁਸੀਂ ਮੰਨਦੇ ਹੋ ਕਿ ਪਰਮਾਤਮਾ ਨਹੀਂ ਹੈ? ਕਹਿਣ ਲੱਗਾ ਮੈਂ ਵੀ ਨਹੀਂ ਕਿਹਾ। ਕਿਉਂਕਿ ਗਿਆਨ ਮਿਲਿਆ ਹੈ ਸੰਸਾਰ ਦਾ, ਆਤਮ ਗਿਆਨ ਹੋ ਗਿਆ, ਆਪਣਾ ਗਿਆਨ ਹੋ ਗਿਆ, ਕਿਉਂਕਿ ਉਹਨਾਂ ਨੇ ਤਲਾਸ਼ ਬਾਹਰ ਕੀਤੀ ਹੈ। ਅਤੇ ਜੋ ਬਾਹਰ ਤਲਾਸ਼ ਕਰੇਗਾ ਉਹਨੂੰ ਕੁਛ ਨਹੀਂ ਮਿਲੇਗਾ। ਇੱਦਾਂ ਹੀ ਹੈ। ਹਾਂ, ਗਿਆਨੀ ਹੋ ਜਾਏਗਾ, ਜਾਣਕਾਰ ਹੋ ਜਾਏਗਾ, ਚੰਗਾ ਠੀਕ ਹੈ, ਆਪਣੇ ਥਾਂ 'ਤੇ ਉਹਨਾਂ ਦਾ ਲੈਵਲ ਬਹੁਤ ਉੱਚਾ ਹੈ। ਦਰਸ਼ਨ ਦੇ ਵਿੱਚ ਦਾਰਸ਼ਨਿਕ ਲੋਕ ਅੱਜ ਵੀ ਮਹਾਤਮਾ ਜੀ ਦੀਆਂ ਗਾਥਾਵਾਂ ਪੜ੍ਹਦੇ, ਸੁਣਦੇ, ਸੁਣਾਉਂਦੇ ਨੇ, ਚੰਗੀਆਂ ਵੀ ਲੱਗਦੀਆਂ ਨੇ। ਪਰ ਸੱਚ ਜਾਨਣਾ ਜੋ ਬਾਹਰ ਜਾਏਗਾ ਉਹਨੂੰ ਕਹਿਣਾ ਪਏਗਾ ਕਿ ਮੈਨੂੰ ਇਸ ਤਰ੍ਹਾਂ ਮੈਂ ਕਹਿ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਸੇ ਕਰਕੇ ਕਿਹਾ ਕਿ ਨਾ ਭਾਈ ਬਾਹਰ ਨਹੀਂ ਜਾਣਾ, ਤੁਸੀਂ ਕਿਤੇ ਵੀ ਨਹੀਂ ਜਾਣਾ। ਕਿਉਂ? ਜਿੱਥੇ ਬੈਠੇ ਉੱਥੇ ਹੀ ਰਹਿਣਾ। ਜੋ ਤੁਹਾਡੀ ਅਵਸਥਾ ਹੈ ਘਰ ਪਰਿਵਾਰ ਦੇ ਉਤਰੀ, ਉਸੇ ਵਿੱਚ ਵਿਚਰੋ, ਅਤੇ ਪਰਮਾਤਮਾ ਕਿੱਥੇ ਮਿਲੇਗਾ? ਉਹਦੇ ਵਿੱਚੋਂ ਹੀ ਮਿਲੇਗਾ। ਜੋ ਵੀ ਤੁਹਾਡੇ ਕੋਲ ਹੈਗਾ ਉਹਦੇ ਵਿੱਚ ਹੀ ਹੈ। ਸਭ ਕੁਝ ਘਰ ਮੈਂ ਬਾਹਰ ਨਾ ਹੀ। ਹੌਲੀ ਹੌਲੀ ਪੜ੍ਹਾਂਗੇ ਤਾਂ ਪਤਾ ਲੱਗੇਗਾ। ਬਾਹਰ ਢੂੰਡਣ 'ਤੇ ਛੂਟ ਪਰੇ। ਜਦੋਂ ਕਿਸੇ ਨੇ ਪਿਆਰ ਨਾਲ ਬਾਬਾ ਜੀ ਦੀ ਗੱਲ ਨੂੰ ਸਮਝ ਲਿਆ, ਪੜ੍ਹ ਲਿਆ, ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਮੰਨ ਲਿਆ, ਅਤੇ ਕਹਿਣ ਲੱਗਾ ਹੁਣ ਸਾਡਾ ਜਿਹੜਾ ਮਾੜਾ ਮੋਟਾ ਬਾਹਰ ਭਟਕਣਾ ਸੀ ਉਹ ਵੀ ਛੁੱਟ ਗਿਆ। ਬਾਹਰ ਢੂੰਡਣ 'ਤੇ ਛੂਟ ਪਰੇ। ਛੂਟ ਪਰ ਦਾ ਮਤਲਬ ਇਹ ਛੁੱਟ ਗਿਆ, ਹੁਣ ਬਾਹਰ ਨਹੀਂ ਆਪਾਂ ਜਾਣਦੇ। ਕਿਉਂ? ਗੁਰੂ ਘਰ ਹੀ ਮਾਹੀ ਦਿਖਾਇਆ ਥਾ। ਜਿਸ ਵਸਤੂ ਦੀ ਤਲਾਸ਼ ਕਰਨ ਵਾਸਤੇ ਬਾਹਰ ਜਾਂਦੇ ਸੀ ਉਹ ਵਸਤੂ ਤਾਂ ਘਰ ਵਿੱਚ ਮਿਲ ਗਈ। ਗੁਰਦੇਵ ਕਿਰਪਾ ਕਰਨ ਅਸੀਂ ਇਸ ਗੱਲ ਨੂੰ ਸਮਝ ਸਕੀਏ। ਪਰ ਇਸ ਗੱਲ ਨੂੰ ਸਮਝਣ ਵਾਸਤੇ, ਇਸ ਉੱਚੀ ਅਵਸਥਾ 'ਤੇ ਪਹੁੰਚਣ ਵਾਸਤੇ ਸਾਨੂੰ ਆਪਣੇ ਬਾਰੇ, ਆਪਣੇ ਆਲੇ ਦੁਆਲੇ ਬਾਰੇ, ਖਾਸ ਕਰਕੇ ਆਪਣੇ ਜੀਵਨ ਬਾਰੇ, ਜਨਮ ਅਤੇ ਮੌਤ ਬਾਰੇ ਵੀ ਬਹੁਤ ਕੁਝ ਸਮਝਣਾ ਬਾਕੀ ਹੈ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਬਚਨ ਜੋ ਅਸੀਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਗਵਡ ਹੰਸ ਵਿੱਚ ਪੜ੍ਹ ਰਹੇ, ਜਿਹਨੂੰ ਅਲਾਹਣੀਆਂ ਕਿਹਾ ਜਾਂਦਾ ਹੈ।
ਆਮ ਤੌਰ 'ਤੇ ਜਦੋਂ ਸਾਡੇ ਘਰ 'ਚ ਕੋਈ ਚਲਾਣਾ ਕਰ ਜਾਂਦਾ ਤੇ ਉਦੋਂ ਜੋ ਵਹਿਣ ਪੈਂਦੇ ਨੇ ਉਹਨਾਂ ਦੇ ਵਿੱਚ ਕੁਝ ਟੱਪੇ ਕੋਈ ਬੋਲ ਗਾਏ ਜਾਂਦੇ, ਲੋਕ ਉਹਨਾਂ ਲਾਹਣੀਆਂ ਕਹਿੰਦੇ ਨੇ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਉਸ ਦਰਸ਼ਨ ਨੂੰ ਵੇਖਿਆ ਤੇ ਸਾਨੂੰ ਜੀਵਨ ਦੀ ਨਵੀਂ ਜੁਗਤ ਦਿੱਤੀ ਹੈ। ਲੋਕ ਰੋ ਰਹੇ ਨੇ। ਮਹਾਰਾਜ ਕਹਿੰਦੇ ਕਿਉਂ ਰੋਂਦੇ ਹੋ ਭਾਈ? ਲੋਕਾਂ ਕਿਹਾ ਦੇਖੋ ਜੀ ਫਲਾਣਾ ਚਲਾ ਗਿਆ, ਜਿਹਨੂੰ ਆਪਾਂ ਸੰਸਾਰਿਕ ਨੇ ਮਰ ਗਿਆ। ਅੱਜ ਦਾ ਪਾਵਨ ਬਚਨ ਜੋ ਸਾਹਿਬ ਜੀ ਨੇ ਥੋੜ੍ਹਾ ਰੋਣ ਵਾਲੇ ਵਿਅਕਤੀਆਂ 'ਤੇ ਟਿੱਪਣੀ ਕੀਤੀ। ਅਸੀਂ ਕਦੇ ਕਦੇ ਗੁਰਬਾਣੀ ਦਾ ਥੋੜ੍ਹਾ ਜਿਹਾ ਪਾਠ ਕਰਨ ਵਾਲੇ ਮਨਾ ਕਰਨਾ ਨਾ, ਰੋਣਾ ਨਹੀਂ ਚਾਹੀਦਾ। ਗੁਰਮਤਿ ਵਿੱਚ ਰੋਣ ਦਾ ਵਿਧਾਨ ਨਹੀਂ ਹੈ, ਅਸੀਂ ਇੱਦਾਂ ਕਹੀ ਨਹੀਂ ਹੁੰਦੇ ਹਾਂ। ਪਰ ਰੋਣਾ ਤੇ ਕਿਸੇ ਧਰਮ ਦਾ ਮਤਲਬ ਹੀ ਨਹੀਂ ਨਾ। ਰੋਣਾ ਤੇ ਮਨੁੱਖੀ ਕੁਦਰਤ ਦਾ ਹਿੱਸਾ ਹੈ। ਚੇਤਾ ਰੱਖਣਾ, ਰੋਣਾ ਕਿਸੇ ਧਰਮ ਦਾ ਵਿਧਾਨ ਨਹੀਂ ਹੈ। ਰੋਣਾ ਤੇ ਹੱਸਣਾ ਕੁਦਰਤ ਨੇ ਸਾਨੂੰ ਦਿੱਤਾ ਹੈ। ਔਰ ਇਹ ਵੀ ਪਤਾ ਹੋਵੇ, ਸਾਰੇ ਸੰਸਾਰ ਦੇ ਵਿੱਚ ਤਮਾਮ ਧਰਮਾਂ ਦੇ ਵਖਰੇਵੇਂ ਦੇ ਬਾਵਜੂਦ, ਤਮਾਮ ਜਾਤੀਆਂ ਤੇ ਗਿਆਨ ਦੇ ਬਾਵਜੂਦ, ਭਾਸ਼ਾਵਾਂ ਦੇ ਬਾਵਜੂਦ ਅੱਜ ਤੱਕ ਮਨੁੱਖ ਦੇ ਰੋਣ ਨੂੰ ਤੇ ਮਨੁੱਖ ਦੇ ਹੱਸਣ ਨੂੰ ਕਿਸੇ ਭਾਸ਼ਾ ਵਿਗਿਆਨ ਵਿੱਚ ਨਹੀਂ ਬੰਨ੍ਹਿਆ ਜਾ ਸਕਿਆ। ਕਿਤੇ ਮਨੁੱਖ ਹੱਸਦੇ ਹੋਣ ਕਿ ਅੱਜ ਤੱਕ ਅਸਾਂ ਕਿਹਾ ਵੀ ਇਹ ਤੇ ਪੰਜਾਬੀ 'ਚ ਹੱਸਦੇ ਨੇ ਜੀ, ਤੁਸੀਂ ਅੰਗਰੇਜ਼ੀ 'ਚ ਕਿਉਂ ਹੱਸਦੇ ਹੋ? ਪੰਜਾਬੀ 'ਚ ਹੱਸਿਆ ਕਰੋ। ਗੱਲਬਾਤ ਨੂੰ ਤੁਸੀਂ ਕਹਿ ਸਕਦੇ ਹੋ ਤੁਸੀਂ ਆਹ ਭਾਸ਼ਾ ਬੋਲੋ, ਆਹ ਭਾਸ਼ਾ ਨਾ ਬੋਲੋ। ਹੋ ਸਕਦਾ ਹੈ, ਸੰਭਵ ਹੈ ਇਹ ਸਮਾਜ ਵਿੱਚ ਇੱਕ ਦੂਜੇ ਨੂੰ ਕਿਹਾ ਜਾਂਦਾ ਹੋਵੇਗਾ, ਪਾਬੰਦੀਆਂ ਵੀ ਲੱਗਦੀਆਂ ਹੋਣਗੀਆਂ, ਪਰ ਕਦੇ ਇਸ 'ਤੇ ਪਾਬੰਦੀ ਲਾ ਪਾਏ ਵੀ ਨਾ ਨਾ ਭਾਈ ਇਹ ਤਾਂ ਸਾਡਾ ਇੰਸਟੀਟਿਊਟ ਹੈ, ਇੱਥੇ ਅੰਗਰੇਜ਼ੀ 'ਚ ਹੱਸਣਾ ਮਨਾ ਹੈ ਨਾ, ਕਿਉਂਕਿ ਉੱਥੇ ਕੋਈ ਭਾਸ਼ਾ ਦਾ ਜ਼ੋਰ ਨਹੀਂ ਹੈ। ਇਸੇ ਤਰ੍ਹਾਂ ਕੋਈ ਬੈਠਾ ਰੋ ਰਿਹਾ ਹੈ ਕਿ ਕਹਿ ਪਾਓਗੇ ਵੀ ਅੰਗਰੇਜ਼ੀ 'ਚ ਰੋਂਦਾ ਕਿ ਬੰਗਾਲੀ 'ਚ ਰੋਂਦਾ ਕਿ ਹਿੰਦੀ 'ਚ ਰੋਂਦਾ? ਨਹੀਂ। ਰੋਣਾ ਤੇ ਹੱਸਣਾ ਕੁਦਰਤ ਦੇ ਆਲਾਪ ਨੇ। ਇਹ ਸਾਨੂੰ ਕੁਦਰਤ ਨੇ ਦਿੱਤਾ ਹੈ। ਸਭ ਤੋਂ ਪਹਿਲਾਂ ਦੁਨਿਆਵੀ ਤੌਰ 'ਤੇ ਸਾਡੇ ਆਮ ਜੀਆਂ ਦੇ ਕੰਠ ਤੋਂ ਜਿਹੜੀ ਆਵਾਜ਼ ਨਿਕਲੀ ਹੈ, ਲੋਕਾਂ ਨੇ ਉਸ ਨੂੰ ਰੋਣਾ ਕਿਹਾ ਹੈ। ਕੁਝ ਚੁਣਿੰਦਾ ਨਾਮ ਹੋਣਗੇ ਜਿਨ੍ਹਾਂ ਦੇ ਕੰਠ 'ਚੋਂ, ਜਿਨ੍ਹਾਂ ਦੇ ਓਰੇ 'ਚੋਂ ਕੋਈ ਧੁਨ ਪ੍ਰਗਟ ਹੋਈ ਤੇ ਜਿਨ੍ਹਾਂ ਨੂੰ ਹੱਸਣਾ ਕਿਹਾ ਗਿਆ ਹੋਵੇ। 3 ਪ੍ਰਕਾਰ ਦੇ ਜੀਆਂ ਦਾ ਅਸੀਂ ਦਰਸ਼ਨ ਕੀਤਾ ਹੈ। ਇੱਕ ਅਸੀਂ ਤੁਸੀਂ ਆਮ ਜੀ ਜਨਮਦੇ ਹਰੋਂਦੇ, ਸਾਡੀ ਜੀਵਨ ਦੀ ਸ਼ੁਰੂਆਤ ਹੀ, ਸਾਡੇ ਜਨਮ ਦਾ ਪੂਰਨ ਹੋਣਾ ਹੀ ਲੋਕ ਰੋਣਾ ਮੰਨਦੇ ਨੇ। ਅੱਜ ਵੀ ਸਾਡੇ ਘਰਾਂ 'ਚ ਬਾਲਕ ਜਨਮ ਲੈਂਦੇ ਨੇ ਤੇ ਜੇ ਜਨਮ ਤੋਂ ਬਾਅਦ 'ਚ ਬਾਲਕ ਰੋਵੇ ਨਾ ਤੇ ਮਾਪਿਆਂ ਨੂੰ ਚਿੰਤਾ ਲੱਗ ਜਾਂਦੀ ਵੀ ਉਹ ਠੀਕ ਤੇ ਹੈ। ਡਾਕਟਰ ਰਵਾਉਂਦੇ ਨੇ ਉਸ ਨੂੰ, ਜਦੋਂ ਰੋ ਪੈਂਦਾ ਤੇ ਕਹਿੰਦੇ ਕਿ ਠੀਕ ਹੈ, ਇਹਦੀ ਚੇਤਨਾ ਕੰਮ ਕਰਦੀ ਹੈ। ਇਸੇ ਤੁਸੀਂ ਆਮ ਜੀ ਆ। ਸਾਡੇ ਤੋਂ ਉੱਪਰ ਇੱਕ ਲੈਵਲ ਹੈ ਜਿਨ੍ਹਾਂ ਦੇ ਬਾਰੇ ਸਾਹਿਤ ਇਤਿਹਾਸ ਚੁੱਪ ਹੈ, ਕਿ ਜਿਨ੍ਹਾਂ ਦੇ ਸੰਸਾਰਿਕ ਆਪਾਂ ਜਨਮ ਕਹਿ ਦੇਨੇ ਆ ਸਮਝਣ ਵਾਸਤੇ, ਜਿਨ੍ਹਾਂ ਦੇ ਜਨਮ ਦੇ ਸਮੇਂ ਕਿਸੇ ਪ੍ਰਕਾਰ ਦਾ ਵੀ ਕੋਈ ਧੁਨ ਪ੍ਰਗਟ ਹੀ ਨਹੀਂ ਹੋਈ, ਬਲਕਿ ਚੁੱਪ ਵਰਤ ਗਈ ਹੈ। ਜਿਹਨਾਂ 'ਚੋਂ ਕ੍ਰਿਸ਼ਨ ਦਾ ਨਾਮ ਆਉਂਦਾ ਹੈ। ਜੇਲ੍ਹ ਵਿੱਚ ਜਨਮ ਹੋਇਆ, ਕੋਈ ਕਿਸੇ ਪ੍ਰਕਾਰ ਦੀ ਧੁਨ ਪ੍ਰਗਟ ਨਹੀਂ ਹੋਈ ਕਿ ਕਿਸੇ ਦੀ ਅੱਖ ਵੀ ਖੁੱਲ੍ਹ ਜਾਏ, ਕਿਸੇ ਨੂੰ ਅਹਿਸਾਸ ਵੀ ਹੋ ਜਾਏ ਕਿ ਕਿਸੇ ਬਾਲਕ ਦਾ ਜਨਮ ਹੋਇਆ। ਸਾਡੇ ਸਾਖੀਕਾਰ ਤੇ ਦੱਸਦੇ ਨੇ ਕਿ ਬਾਲਕ ਦਾ ਜਨਮ ਹੋ ਗਿਆ, ਉਹਨਾਂ ਨੂੰ ਦਰਿਆਵਾਂ ਪਾਰ ਭੇਜ ਦਿੱਤਾ ਗਿਆ ਹੈ, ਦਰਿਆਵਾਂ ਪਾਰ ਲੈਣ ਦਾ ਗਿਆ। ਭਾਵੇਂ ਲੋਕ ਇਤਿਹਾਸ ਕੀ ਕਹਿੰਦੇ ਨੇ, ਪਰ ਹੁਣ ਤੱਕ ਇੱਦਾਂ ਹੀ ਦੱਸਿਆ ਗਿਆ। ਈਸਾ ਦੇ ਬਾਬਤ ਵੀ ਇਹ ਕਿ ਉਹਨਾਂ ਦਾ ਵੀ ਜਨਮ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਹੁੰਦਾ। ਪਰ ਇੱਕ ਮੰਡਲ ਹੈ ਜੋ ਗੁਰੂ ਕਰਤੇ ਦਾ ਮੰਡਲ ਹੈ, ਉਹਨਾਂ ਨੇ ਵੀ ਜਨਮ ਲਿਆ। ਸੰਸਾਰੀ ਆਪਾਂ ਪ੍ਰਕਾਸ਼ ਕਹਿ ਦੇਨੇ ਆ। ਉਹਨਾਂ ਦੇ ਜਨਮ ਦੇ ਸਮੇਂ ਸੰਸਾਰ ਦੇ ਉਸ ਵਕਤ ਜਿਹੜੇ ਜੀਅ ਮੌਕੇ 'ਤੇ ਮੌਜੂਦ ਸਨ, ਉਹਨਾਂ ਆਖਿਆ ਜੀ ਸਾਨੂੰ ਅਹਿਸਾਸ ਹੁੰਦਾ ਜਿਵੇਂ ਬਿਗਸ ਮਿਲੇ ਹੈ, ਹੱਸ ਕੇ ਮਿਲੇ ਨੇ ਉਹ ਗੁਰੂ ਨਾਨਕ ਨੇ। ਜਿਨ੍ਹਾਂ ਦੇ ਸੰਸਾਰੀ ਸ਼ਬਦ ਕਹਦੇ ਆ ਜਨਮ ਦੇ ਸਮੇਂ ਹੱਸਣ ਦੀ ਧੁਨ ਪ੍ਰਗਟ ਹੁੰਦੀ ਹੈ। ਕੁਝ ਉਹ ਨੇ ਜਿਨ੍ਹਾਂ ਦੇ ਸਮੇਂ ਕੋਈ ਧੁਨ ਪ੍ਰਗਟ ਹੀ ਨਹੀਂ ਹੁੰਦੀ, ਸ਼ਾਂਤ ਰਹਿੰਦੇ ਨੇ। ਅਸੀਂ ਤੁਸੀਂ ਸਧਾਰਨ ਜੀ ਆ, ਜਨਮ ਦੇ ਸਮੇਂ ਰੋਂਦੇ ਆ। ਇਸ ਤਰ੍ਹਾਂ ਰੋਣਾ ਤੇ ਹੱਸਣਾ ਕੁਦਰਤ ਦੀਆਂ ਕਲਾਵਾਂ ਨੇ। ਇਸ ਨੂੰ ਧਰਮ ਦੇ ਨਾਲ ਨਾ ਜੋੜਿਆ ਕਰੀਏ। ਮਹਾਰਾਜ ਨੇ ਬੜਾ ਪਿਆਰਾ ਬਚਨ ਕੀਤਾ, ਚਲਿਆਣਿਆਂ ਦੇ ਸਮਿਆਂ 'ਤੇ ਜਿਹੜੇ ਰੋਂਦੇ ਨੇ ਉਹਨਾਂ ਦੇ ਬਾਬਤ। ਮਹਾਰਾਜ ਨੇ ਮਨਾ ਨਹੀਂ ਕੀਤਾ,
पर रोण का अर्थ दसिया। नानक रोना बाबा जानिया। महाराज अपना ना लैके ही गल कदन भाई गल सुनो। टीकाकारी करने का अर्थ करनगे हे नानक, पर भाई असीं इन्ने वड्डे थोड़ा असीं नानक पातशाह जी का नाम लै लीए। सतगुरु ने ना सानू कई दिन भाई गल सुन, रोंदे हो? हाँ जी रोंदे। क्यों रोंदे हो? भी कोई चलाना कर गया, कोई विछड़ गया। अच्छा, रोना बाबा जानिए। रोणिया रोंदा होया जानिया जांदा पछाणिया बाबे वास्ते रोंदे हो, अपने किसी वडेरे वास्ते रो रहे हो? हाँ जी रो रहे हैं। पर तुहाडा रोना कामयाब कदों, सफल कदों है? भाई असीं तो रोंदे, सानू की पता कदों सफल है तो कदों साडा रोना निष्फल। असीं सधारण जी है। महाराज कहने लगे जे रोवै लाए प्यारो। जे तो तुसीं उहदे प्यार दे विछोड़े च रोंदे हो तो फिर तुहाडा रोना कामयाब है, फिर तो रो। इस करके असीं यकदम ज्ञान की लकीर नहीं खिंच सकते कि रोना नहीं है। ये देखना कि क्यों रोंदे हो। रोण नूं ते गुरबाणी च कई थां होरनां रूपां च भी जिक्र के रोंदे ने प्यारे। भगत जन रोंदे ने, कीर्तन सुणदे सुणदे वेखिया उन्हां दे गच भर जांदे ने, कीर्तन करदियां करदियां दे गच भर जांदे ने। ये ठीक है कि असीं तुसीं जे आर्टिफिशियल जे जी हाँ, असीं दिखावे दा कीर्तन करदे हाँ, नहीं साथ होंदा। लेकिन ऐसे कीर्तनी प्यारे भी देखे ने जो गाउंदे गाउंदे प्रभु जी मेल लेहो गाउंदे गाउंदे कंठ रुद्ध जो होंदा है, बोलिया नहीं जाता। सुनने वाले प्यारे देखे है, उन्होंने दे नेत्र छलक होंदे, हटकोरे लै लै रोंदे इत्थे देखे ने। भी उन्होंने पूछी कोई दुख है? नहीं। कोई मर गया है? नहीं। क्यों रोंदे हो? रो कित्थे रहे जी? रो भी नहीं रहे, रो रहे हैं क्योंकि प्यार आ गया सी कि वो गच भर गया सी। महाराज कह लगे जे तो वो विछड़ जाण दे प्यार च रोंदे हो ना, फिर तो तुहाडा रोना भी जानिया जाएगा, फिर तो तुहाडा रोण का भी पैमाना कोई होएगा, फिर तो तुहाडे रोण का भी कोई मतलब होएगा, कोई कीमत होएगी। नानक रोना बाबा जानिए जे रोवै लाए प्यार। पर अफसोस इस गल का है कि असीं तुसीं जदों किसी चलाने ते रोंदे हैं ना, ਉਹਦੇ प्यार विच ते कोई बिरला, ये नहीं कि नहीं होंदे, प्यार विच होंदे ने। बच्चे कई बार प्यार च रोंदे नहीं, पति पत्नी एक दूजे दे प्यार विच रोंदे देखे ने। उन्होंने दुनिया दी लख गल्लां ज्ञान दियां कहो वो चुप नहीं कर सकते। याद रखना, जिहड़ा व्यक्ति किसी प्यार विच टुट के रो रहा है ना, वो ज्ञान दियां गल्लां दे नाल चुप कर जो, चुप करना चुप भी नहीं करेगा। तो जो दिखावे वास्ते हौके लै रहा, उन्होंने किसी ने एक बार कहना चुप करो, बिल्कुल नॉर्मल हो जाएगा, क्योंकि वो दिखावा कह रहे थे। महाराज कहने लगे वालेवे कारण बाबा रोईए। आज बहुते लोग रोंदे ने वालेवे। वालेवा हुंदा विखावा। विखावा भी वो पदार्थां दा, भी किसी तो कोई धन पदार्थ मिलता है, किसी तो कुछ मिलता है, किसी तो कुछ मिलता है, कोई संबंधां चों कुछ ना कुछ लाभ हुंदा है, लालच हुंदा है। इस करके दुनिया रोंदी। आम दुनिया किसी जी दे चलाने तो क्यों रोंदी है? धंधा रवांदा है, लालच रवांदा है, लोड़ रवांदी भी बाबा हुण मर गया, हुण ते सानू अगे ते पैसे मिलते सी, साडा काम करदा सी, वो काम रोंदा है। उन्होंने वालेवा के सारिया चीज़ों नूं इकट्ठा करके महाराज ने वालेवा शब्द दिता है। संसार का तुहाडा कार विहार, तुहाडीआं लोड़ां, तुहाडीआं आपूर्तियां ये रवांदियां ने। प्यार विच कित्थे कोई रोंदा है? ये नहीं कि नहीं हुंदे ने प्यारे। इसे करके महाराज ने रोकिया नहीं कि रोना मना है। एक थां होर भी पाठ करते करते बचन महाराज इहो जिहे पढ़ांगे। महाराज कहने लगे जे रोंदे हो ना तो फिर ये चेता रखना, बैराग कर दिओ तो पाखंड ना करो। बस ये तुहानूं पता होना चाहिए है कि तुसीं पाखंड करके किसी नूं दिखा के रोंदे हो या एक्चुअली रोंदे हो। जे तो एक परिवार के जीआं नूं किसी नूं दिखा के रोंदे हो तो फिर पाखंड करदे हो, ये झूठ है, तुहाडे वास्ते भी माड़ा है। तो जे एक्चुअली तुहानूं रोना आउंदा तो ठीक है, तू कर बैराग। बैराग कर किसे दिखावें। महाराज बड़ा प्यारा बचन है कि भाई एक तां कहंदे तू रोंदा बैराग करदा है, किहनूं दिखांदा पिया? फिर कहंदे नहीं, अगर वाकई तेरे हिरदे च है तो कर बैराग, रो। फिर भगत जन रोवंदे ने, प्यारे रोवंदे ने। साखी च ऐसा मिलता है कि धन गुरु रामदास महाराज जी के नेत्र सजल होंदे सन।
ਜਦ ਬੈਠੇ ਕੀਰਤਨ ਸੁਣਦੇ, ਆਸਾ ਕੀ ਵਾਰ ਦਾ ਕੀਰਤਨ ਹੁੰਦਾ, ਧੰਨ ਗੁਰੂ ਰਾਮਦਾਸ ਮਹਾਰਾਜ ਸੁਣਦੇ ਤੇ ਮਹਾਰਾਜ ਦੇ ਨੇਤਰ ਛਲਕਦੇ, ਸਜਲ ਰਹਿੰਦੇ। ਕਿ ਮਹਾਰਾਜ ਰੋਂਦੇ ਨੇ? ਨਹੀਂ ਮਹਾਰਾਜ, ਉਹ ਦੁਨਿਆਵੀ ਰੋਣੇ ਨਹੀਂ ਗੇ। ਇਸੇ ਤਰ੍ਹਾਂ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਜੋ ਅਸੀਂ ਇੱਕ ਥੋੜ੍ਹਾ ਜਿਹਾ ਇਤਿਹਾਸ ਦੀ ਸਾਖੀ ਨੂੰ ਕਦੇ ਕਦੇ ਪੜ੍ਹਦੇ ਹਾਂ ਕਿ ਜੋ ਹੁਕਮ ਕਰਕੇ ਬਾਬਾ ਲਹਿਣਾ ਜਿਹਨੂੰ ਅੰਗਦ ਦਾ ਨਾਮ ਦੇ ਕੇ ਆਪਣੇ ਤੋਂ ਕੁਝ ਦੂਰ ਕਰ ਦਿੱਤਾ ਸੀ, ਅਤੇ ਅੰਗਦ ਦੇਵ ਮਹਾਰਾਜ ਵੀ ਘੰਟਿਆਂ ਬੱਧੀ ਬੈਠੇ ਸਜਲ ਨੇਤਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਯਾਦ ਪਿਆਰ 'ਚ, ਜਿਨ੍ਹਾਂ ਰਾਹਾਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਆਉਣਾ ਹੁੰਦਾ ਜਾਂ ਜਿਨ੍ਹਾਂ ਰਾਹਾਂ ਤੋਂ ਖਡੂਰ ਸਾਹਿਬ ਵਾਪਸ ਜਾਂਦੇ, ਉਹਨਾਂ ਰਾਹਾਂ ਦੀ ਉਡੀਕ 'ਚ ਬੈਠੇ ਰਹਿੰਦੇ। ਅਤੇ ਸਿਆਗੇ ਮਰ ਚੱਲੀਏ ਕਿਵੇਂ ਨਾ, ਜਿਸ ਪਿਆਰੇ ਸਿਓ ਨੇਹੋ, ਜਿਸ ਪ੍ਰਭੂ ਦੇ ਪਿਆਰੇ ਦੇ ਨਾਲ, ਆਪਣੇ ਪਿਆਰੇ ਦੇ ਨਾਲ ਨੇਹ ਪੈ ਗਿਆ ਅਤੇ ਸਿਆਗੇ ਮਰ ਚੱਲੀਏ। ਇਹੀ ਗੱਲ ਸਾਨੂੰ ਸਮਝਾਉਣੀ ਕਿ ਸੰਸਾਰ ਦੇ ਵਿੱਚ ਸਾਡੇ ਰੋਣ ਦੀ ਕੀਮਤ ਕੀ ਹੈ। ਮਹਾਰਾਜ ਕਹਿਣ ਲੱਗੇ, ਵਾ ਲੇਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਵਿਕਾਰੋ। ਵਿਕਾਰੋ ਦਾ ਮਤਲਬ ਵਿਕਾਰ ਨਹੀਂ ਹੈ ਵੀ ਅਸੀਂ ਕਿ ਰੋਣਾ ਵਿਕਾਰ ਹੈ, ਨਹੀਂ, ਰੋਣਾ ਵਿਕਾਰ ਨਹੀਂ ਹੈ, ਰੋਣਾ ਬੇਕਾਰ ਹੈ। ਤੇਰੇ ਰੋਣ ਦਾ ਕੀ ਫਾਇਦਾ ਹੈ? ਕੀ ਰੋਣ ਦੇ ਨਾਲ ਵਾਪਸ ਆਇਆ? ਅੱਜ ਤੱਕ ਇੱਕ ਅੱਗੇ ਜਾ ਕੇ ਬਚਨ ਹੋਰ ਪੜ੍ਹਨ ਨੂੰ ਮਿਲਣਾ ਹੈ ਕਿ ਜਿਸ ਦੇ ਨਾਂ 'ਤੇ ਤੁਸੀਂ ਰੋਂਦੇ ਪਏ ਹੋ, ਵੈਣ ਪਾਉਂਦੇ ਹੋ, ਕੀ ਉਹ ਸੁਣਦਾ ਹੈ? ਤੇ ਪਤਾ ਲੱਗਾ ਨਹੀਂ, ਫਿਰ ਕਿਹਨੂੰ ਸੁਣਾ ਰਹੇ ਹੋ? ਇੱਕ ਦੂਜੇ ਨੂੰ। ਤੇ ਉਹਦਾ ਕੀ ਮਤਲਬ ਹੈ? ਜਿਹਦੇ ਨਾਂ 'ਤੇ ਵੈਣ ਪਾ ਰਹੇ ਹੋ ਤੇ ਚਲਾ ਗਿਆ, ਉਹ ਨਾ ਸੁਣੇ ਕਤ ਹੀ ਤੁਮ ਲੋਕ ਸੁਣਾਵੋ। ਅੱਗੇ ਜਾ ਕੇ ਸਾਨੂੰ ਪਾਠ ਮਿਲਣਾ ਹੈ, ਉਹ ਨਾ ਸੁਣੇ ਕਤ ਹੀ, ਜਿਸ ਦਾ ਨਾਂ ਲੈ ਕੇ ਤੁਸੀਂ ਰੋ ਰਹੇ, ਉਹ ਤੇ ਕਦੇ ਤੁਹਾਡੀ ਆਵਾਜ਼ ਇੱਦਾਂ ਦੀ ਨਹੀਂ ਸੁਣੇਗਾ। ਤੁਸੀਂ ਤਾਂ ਲੋਕਾਂ ਨੂੰ ਸੁਣਾਉਂਦੇ, ਇਸ ਕਰਕੇ ਭਾਈ ਤੁਹਾਡਾ ਰੋਣਾ ਬੇਅਰਥ ਹੈ। ਇਸ ਕਰਕੇ ਬੇਅਰਥ ਅਵਸਥਾ 'ਤੇ ਮਤ ਰੋਵੋ। ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਬੜਾ ਪਿਆਰਾ ਕਿਤੇ ਰਹੱਸਵਾਦੀ ਹੈ, ਸਮਝਣਾ, ਜੋ ਕਦੇ ਕਦੇ ਅਸੀਂ ਠਹਿਰ ਕੇ ਪੜ੍ਹਦੇ ਹਾਂ। ਅਤੇ ਬਾਬਾ ਕਬੀਰ ਸਾਹਿਬ ਨੇ 2 ਦਰਸ਼ਨ ਕਰਾਏ ਨਾ, ਵੀ ਇੱਕ ਗੁਰਮੁਖ ਕੋਈ ਸੰਤ ਚਲਾਣਾ ਕਰਕੇ ਗਿਆ ਅਤੇ ਲੋਕ ਰੋਣ ਲੱਗ ਪਏ। ਇੱਕ ਕੋਈ ਦੁਨੀਆਵੀ ਵਿਕਾਰੀ ਬੰਦਾ ਸੀ ਜੋ ਨਿੰਦਾ ਚੁਗਲੀਆਂ ਕਰਦਾ ਸੀ, ਉਹ ਵੀ ਚਲਾਣਾ ਕਰ ਗਿਆ। ਲੋਕ ਉਹਦੇ ਬਾਰੇ ਚੁੱਪ ਖੜੇ ਨੇ, ਉਦਾਸ, ਠੀਕ ਹੈ, ਗਿਆ ਗਲੋਂ ਲੱਥਾ। ਮਹਾਰਾਜ ਬਾਬਾ ਜੀ ਨੇ ਪੁੱਛਿਆ ਕਿ ਭਾਈ ਤੁਸੀਂ ਇਸ ਅਵਸਥਾ 'ਤੇ ਬੈਰਾਗ ਵਿੱਚ ਕਿਉਂ? ਕਹਿਣ ਲੱਗੇ, ਮਹਾਰਾਜ ਕੀ ਕਰੀ, ਬੜੇ ਗੁਰਮੁਖ ਭਗਤ ਸਨ, ਸੰਤ ਸਨ, ਚਲੇ ਗਏ। ਉੱਥੇ ਕਹਿਣ ਲੱਗੇ, ਫਿਰ ਇਹਦੇ ਵਾਸਤੇ ਮਤ ਰੋਇਓ। ਕਬੀਰ ਸੰਤ ਮੁਏ ਕਿਆ ਰੋਈਏ। ਜਦੋਂ ਕੋਈ ਗੁਰਮੁਖ ਚੀਜ਼ ਚਲਾਣਾ ਕਰੇ, ਮਤ ਰੋਇਓ ਉਹਦੇ। ਔਰ ਮਜ਼ੇ ਦੀ ਗੱਲ ਇਹ ਹੈ ਕਿ ਉੱਤੇ ਰੋਣਾ ਆਉਂਦਾ ਹੈ। ਜਿਹੜੇ ਅਭਿਆਸੀ ਨੇ, ਜਿਨ੍ਹਾਂ ਨੇ ਸੰਗਤਾਂ ਕੀਤੀਆਂ ਵਡੇਰਿਆਂ ਦੀਆਂ, ਉਹਨੂੰ ਪਤਾ ਹੈ ਕਿ ਜਿਹਦੇ ਨਾਲ ਪਤਾ ਹੋਵੇ ਨਾ ਕਿ ਇਹਦੀ ਚੇਤਨਾ ਸੁਰਤ ਬੜੀ ਉੱਚੀ ਹੈ ਅਤੇ ਅਸੀਂ ਇਹਦੇ ਤੋਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਸਾਂ, ਪ੍ਰਾਪਤ ਨਹੀਂ ਕਰ ਪਾਏ, ਉਹਦੇ ਵਿਛੜ ਜਾਣ 'ਤੇ ਰੋਣਾ ਆਉਂਦਾ। ਸਾਨੂੰ ਕਹਿੰਦੇ ਪਰ ਉਹਦੇ ਵਾਸਤੇ ਰੋਣ ਦਾ ਜੋ ਤਰੀਕਾ ਬਦਲ ਲੈਣਾ, ਆਵਾਜ਼ਾਂ ਨਹੀਂ ਬਦਲਣੀਆਂ, ਰੋਣ ਦੀ ਵੈਲਿਊ ਬਦਲ ਜਾਏਗੀ। ਜੇ ਤਾਂ ਤੁਸੀਂ ਕੇਵਲ ਆਪਣੇ ਵਾਸਤੇ ਰੋਂਦੇ ਹੋ ਤਾਂ ਫਿਰ ਸੰਤ ਵਾਸਤੇ ਨਾ ਰੋਇਓ। ਮਰ ਜਾਣ ਕਰਕੇ ਰੋਂਦੇ ਹੋ ਤਾਂ ਸੰਤ ਮਰਿਆ ਨਹੀਂ ਜੇ, ਇਹਦੇ ਵਾਸਤੇ ਨਾ ਰੋਵੋ। ਕਬੀਰ ਸੰਤ ਮੋਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ। ਉਹ ਤਾਂ ਆਪਣੇ ਘਰ 'ਚ ਲੈ ਕੇ ਨਹੀਂ, ਇਸ ਕਰਕੇ ਉਹਦੇ ਵਾਸਤੇ ਤਾਂ ਰੋਣਾ ਨਹੀਂ। ਕਹਿ ਲੱਗੇ ਫਿਰ ਦੂਸਰੀ ਚਤਾਕੇ ਦੀ ਬਲ ਜੀ ਉਹਦੇ ਲੋਕਾਂ ਲਾ ਕੇ ਕੋਈ ਬੰਦਾ ਹੀ ਨਹੀਂ ਹੈ। ਕਹਿਣ ਲੱਗੇ ਜੋ ਸਾਖਤ ਬੰਦਾ ਸੀ, ਕਹਿਣ ਲੱਗੇ ਉਹਦੇ ਵਾਸਤੇ ਰੋਣਾ। ਜੇ ਬੈਰਾਗ ਕਰਨਾ ਤਾਂ ਉਹਦੇ ਵਾਸਤੇ ਰੋ, ਉਹਦਾ ਬਣੇਗਾ ਕੀ ਹੈ ਕਿ ਜਾ ਕੇ ਰੋਵੋ। ਸਾਖਤ ਬਾਪੜੇ ਜੋ ਹੱਟ ਹੈ, ਹਾਟ ਵਿਕਾਏ, ਹੱਟੀ ਹੱਟੀ ਵਿਕੇਗਾ। ਹੱਟੀ ਹੱਟੀ ਵਿਕਣ ਬਾਅਦ ਕਈ ਜਨਮ ਭੁਗਤੇਗਾ। ਪਤਾ ਨਹੀਂ ਕਿਹੜੇ ਕਿਹੜੇ ਜਨਮਾਂ 'ਚ, ਕਿਹੜੀ ਕਿਹੜੀ ਜੂਨਾਂ 'ਚ ਡਿੱਗੇਗਾ, ਕੀ ਦੁੱਖ ਭੋਗੇਗਾ। ਉਹਦੇ ਵਾਸਤੇ ਰੋ। ਗੁਰਦੇਵ ਕਿਰਪਾ ਕਰਨ ਸਾਨੂੰ ਆਲਾਹਣੀਆਂ ਦੇ ਰਹੱਸ ਸਮਝਾ ਜੇ ਕਿ ਭਾਈ ਅਸਾਂ ਨੇ ਸਾਰੇ ਇੱਥੋਂ ਚਲੇ ਜਾਣਾ, ਜਿੱਤਾ ਮੂਲ ਸੰਕਲਪ ਆਲਾਹਣੀਆਂ ਦਾ ਹੈ। ਜਿਸ ਨੂੰ ਵੀ ਜਨਮ ਪ੍ਰਾਪਤ ਹੋਇਆ ਉਹਨੇ ਸਰੀਰ ਛੱਡ ਦੇਣਾ, ਅਤੇ ਸਰੀਰ ਛੱਡ ਦੇਣ 'ਤੇ ਪਰਿਵਾਰ ਦੇ ਜੀਆਂ ਨੇ, ਸੰਸਾਰੀ ਜੀਵਨ 'ਤੇ ਆਪਣੇ ਆਪ ਢੰਗ ਵਰਤਣੇ ਹੀ ਵਰਤਣੇ ਨੇ। ਅਸਾਂ ਦਾ ਕੀ ਬਣੇਗਾ? ਜਿਹਦੇ ਵਾਸਤੇ ਬੈਠੇ ਹੋ ਰੋ ਰਹੇ ਹੋ, ਉਹਦਾ ਕੀ ਬਣੇਗਾ? ਕਹਿਣ ਲੱਗੇ, ਵਾਲੇਵੇ ਕਾਰਨ ਸੰਸਾਰ ਰੋਂਦਾ ਹੈ। ਯਾਦ ਰੱਖਣਾ, ਜਦੋਂ ਵੀ ਅਸੀਂ ਸੰਸਾਰ ਨੂੰ ਰੋਂਦਾ ਵੇਖਦੇ ਹਾਂ ਅਤੇ ਆਹ ਸਿਆਣੇ ਬੰਦੇ ਵੀ ਕਹਿਣ ਲੱਗ ਪਏ ਨੇ ਧੰਦੇ ਨੂੰ ਰੋ ਰਹੇ ਨੇ, ਆਪਣੇ ਮਤਲਬ ਨੂੰ ਰੋ ਰਹੇ ਨੇ। ਵਾਲੇਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਵਿਕਾਰੋ। ਰੋਵਣ ਸਗਲ ਵਿਕਾਰੋ, ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ।
महाराज कहते कि दरअसल संसार गाफल है। गाफल कहते नादान नूं, जिन्होंने समझ नहीं है इसनूं, जिन्हों असीं मौत कहने आ, इस दे रहस का भेत नहीं पता लगा भी भेत की बड़ा है, ये जन्म ते मरण की भेत है, रहस की है, ये नहीं समझ आया, इस करके रो रहा है। गाफल है अपने 2-4 टकिया नूं, अपने 2-4 कीते कम्मां नूं रो रहा कि हाँ ये जी चला गया तो सानूं आ फायदा हुंदा है, बस रोण का ही फायदा। सियाणे भी कहंदे ने मनुख दे रोण की अलग अलग कीमत होंदी है। असीं तुसीं समझना होवे ना, मान लो साढ़े 10 रुपये गवाच के तो असीं बह के रो रहे हाँ, साढ़े रोण की कीमत 10 रुपए ही है। किसी दा लाख रुपया गवाच गया, वो लख नूं रोंदा है, कोई 10 नूं रोंदा है, कोई कख नूं रोंदा है, तो कोई पुछे तू क्यों रोना है, कहने लगा जी मेरा प्रभु का मिलाप नहीं हुंदा, उहदा रोना प्रभु दे मिलाप दा है। साडा रोना संसार दे वाले वेहांदा है। संत भगत उदास बैठा है, संत भगत दे अखां चों नेत्र चों नीर वहिंदा पिया है। बेशक दुनियावी शब्द उहदे लई भी रोण कह देंगे, पर उहदे रोण की कीमत अमुल है, उहदे हंझू की कीमत अमुल है, क्योंकि प्रभु के प्यार विच है। इसे करके भगत जन गुरमुख जन कहते हैं कि भाई अगर तुसीं परमात्मा के प्यार विच तुहाडे नेत्रां तो जल छलक गया, अगर प्रभु जी के प्यार विच तुहाडे हंझू बह गए ने, तो 2 हंझू भी तुहाडे पाप धो देणगे। अगर परमात्मा के प्यार विच डुले ने तो जे माया के प्यार च डुले ने तो भाई विकार वधा देणगे, क्योंकि संसार गाफल है। संसार में इस गल की समझ नहीं आई कि जिन्हों असीं मरना कह रहे हैं ये तो सत है, और इत्ते वरतना और इत्ते कुदरत आपां पिछे वाचिया सी भी ये कुदरत का निज़ाम है। तो गुरु नानक पातशाह साहब जी ने सानू कुदरत के इस नियम दे विच रहना सिखाया है। इसे नूं असां नूं समझाया भाणा कि भाणा ही है, इत्थे आउणा भी भाणा, जे इत्थों जाना भी भाणा ही है। असीं केवल मौत नूं उन्होंने कहने कि भाणा वरत गया, भाणा हो गया, भाणा बन गया। भाई ऐसा तो नहीं ना, नितनेम करने वाले सवेरे सवेरे पढ़िया होना ना, नहीं तो दिहाड़ी च एक बार तो जरूर पढ़ लिया करिए। जां तिस भाणा तां जम्मिया, साडा जन्म भी उहदा एक भाणा है। भाणे का मतलब घटना, किरपा, उन्होंने जो पाउंदा है, उन्होंने पाया तो सानू जन्म मिलिया, जे उन्होंने ना पाउंदा तो सानू जन्म ना मिलता। बहुत सारे जी ने जिन्होंने मापे मिल जाते ने, पर प्रभु जी दंदा च वो भावते नहीं, इस करके उन्होंने जन्म नहीं मिलता। जन्म नहीं मिलता तो जीवन का अगला पड़ाव नहीं मिलता, जीवन नहीं मिलता, क्योंकि साढ़े नज़र विच जन्म तो बाद जीवन है। बेअंत जी ने जिन्होंने मापे मिल जाते हैं, माता पिता तो मिल जाते हैं, माता पिता करके भैन भरावां दे संजोग भी बन जाते हैं, पर मजबूरी है कि जन्म ही नहीं मिलता। आपां पढ़े हैं कई बार पाठ कीता होना आप ने, कई जन्म गर्भ हिर खरिया, कई बार जन्म प्रणाली ते पहुँचाए पर गर्भ काल विच ही मर गया। दुनिया के अपने अपने लोग कारण दसते होणगे क्यों, ये विज्ञान अपने कारण कहता होगा, ज्ञानी अपने कारण दसते होणगे, महाराज सानूं दसते ने क्यों ऐसा हुंदा है। जिन्हां बच्चिआं नूं, जिन्हां जीआं नूं मापे मिल जाते हैं, जन्म नहीं मिलता, पर सीधी मौत मिलती है। गुस्ताखी दी माफ़ी, संसारक गल्लां ने, जन्म नहीं मिलता पर सीधी मौत मिलती है। पता क्यों, नामहीन, वो नाम तो सखणे सन, इन्ना भी उन्हां दे पल्ले नाम की वैल्यू नहीं सी कि जन्म मिल सकता। आ बेनती करा, जिन्ना सानूं जन्म तो बाद समा मिलता है ना, ये साढ़े पिछले समय के जपे हुए नाम कीते हुए चंगे कर्मां की जो वैल्यू पैंदी ना, उहदे बाबत मिलता है, क्योंकि एक रहस्य है। इसे तुसीं गाफल समझ नहीं आउंदी। एक बालक जन्म लैंदा है, जन्म तो कुछ साह लैके चलाना कर जाता है। बहुत सारे घरां बालक जन्म लैंदे ने, ठीक ठाक जन्म लैंदे ने, जन्म प्रक्रिया पूरी हो जाती है, मापे खुश हो जाते हैं, लड्डू वंडे जाते हैं, पर अजे तक वंडण वाला घर नहीं आया हुंदा तो पता लगता जी चला गया। गाथा असीं पढ़ी ने गुरु नानक साहब जी की, कि मरदाना जी कि गुरु नानक पातशाह यात्रावां ते आरंभ कीतियां ने। किसी नगर च मरदाना जी गए तो पता लगा जी बालक का जन्म होया, बड़ियां बधाइयां मिल रही ने, खुशियां खेड़े आनंद हो रहे है।
महाराज चुप करके बैठे। मरदाना गया, मरदाने नूं हुक्म करता, देखी कोई तारीफ कोई आसीस तोचना कोई बोली। अगले दिन जाके देखिया उत्थे बहन पै रहे ने। पुछया की होया? कहण लगे जो कल बालक जन्मिया सी अज चलना कर गया। कल जिहदे जन्म दी वधाइयां मिल रही सन अज उहदे नां ते ही अजे नाम भी नहीं रखिया बहन पै रहे ने। याद रखो फिर कितना समा मिलता है। किसी नूं जन्म करके कुछ पहर मिलते ने, किसी नूं जन्म तो बाद कुछ दिन मिलते ने, किसी नूं कुछ जन्म तो बाद साल मिलते हैं। सानू कितने साल मिले? जितने हंडा लए इन्ने तो मिले ना। आपां वेखदे ने साडे घरां 'च बहुत सारे जी ने जो साडे तो बाद जन्म लिया तो साडे तो पहलां जा चुके ने, ते कुछ वो भी जी ने जिन्हां साडे तो बहुत पहलां जन्म लिया तो असां चले जाना, उन्हां बैठे रहना। ये संसार दा टल खेल है। यही एक रहस्य है जो साडी समझ तो पार है, क्योंकि हर एक जी नूं उतना ही समा मिलता है जितना उहदे पिछले जन्म के कर्म के सिलसिले च उहदी वैल्यू होती है। उन्ना ही समा मिलता है और इसे करके समा ही सब कुछ हुक्म की खेल चलाता है। महाराज कहने कि यही तो सानू समझ नहीं आती, मनुख गाफल है। गुरु नानक साहब जी ने मरदाना जी ने कहा सी, देखी आसीस ना देवी, बस देखदा रहे, क्योंकि जी आउंदे ने ते जी चले जाते। शायद साडे कल होर समझ आई होवे गुरसिੱਖੀ ਦੇ बारीक रहस्यवाद विच। बेशक असीं तुसीं एक दूजे नूं कई जाने आ, पर जिहड़े सियाणे गुरमुख भगत ने कदे भी लमेरी उम्र की अरदास नहीं करते। ठीक है, असीं तुसीं संसार रखना हुंदा एक दूजे नूं, असीं तो खुश करना हुंदा, कई जने लंबी उम्र होवे। ठीक है, कई जाना चंगी लग देखण नूं सुणन नूं चंगा लगदा है, पर सच ये है जिन्हां गुरमुखां की पहुँच सत तक हो जाती है वो कदे भी किसी मनुख की लमेरी उम्र की अरदास नहीं करनगे। वो कदे भी किसी नूं होर जीवन दिओ ये अरदास नहीं करनगे। वो की कहणगे, महाराज जितना समा दिओ चढ़ती कला दा दिओ बस। अच्छा, एक निक्की जी गाथा आपने पढ़ी सुनी होवे। गुरमुख भगत चंद शरीर ते आए हुए कई बार इहो जिहे दुखां कष्टां कलेशां की भी अरदास नहीं करते। ठीक है, साडा तुहाडा चूंकि आम लोगों का साधारण अवस्थावां ने, असीं विच कह सुन लईने एक दूजे नूं, पर ज्यों-ज्यों ये महाराज गाफल शब्द वरतिया साडे लई, गाफलता की नींद जिन्हां दी टुटदी ते खुलदी जाएगी उन्हां नूं कोई दिसदा जाएगा तो फिर वो कर्म करन लग पैंदे ने। ना तो सियाणे किसी की लमेरी उम्र की अरदास करते ते ना छेती कीतियां किसी के शरीर ते आए हुए वाधे घाटे की अरदास करते हैं। जिदा आप याद होवे वडेरियां दी गाथां च पढ़िया सुनिया भी बाबा अतर सिंह जी, इन्हां दे माता दे गोडे च दुख सी, वडेरी उम्र गोडे च दुख आ गया। कोई समय बाद जो बाबा अतर सिंह जी संत करके लोगों में मशहूर हो गए भी लोग आउंदे ने, बाबा हो गया, कीर्तन करते हैं, भी वडप्पन बन गया। एक दिन कहने लगे, अतर सिंह तेरे को दुनिया के लोग आकर अरदासां करवाते हैं, उन्हां दे काम हुंदे ने, ते कि मेरे गोडे का दुख दूर करने अरदास नहीं करेंगे कदे? कुछ पल चुप करके बाबा जी कहने लगे, नहीं माता तेरे गोडे के वास्ते अरदास मैं नहीं करनी। कहने लगे, क्यों, की गल? कहने लगे, माता मैं नहीं चाहता कि तू बाकी बोझ लैके जावे, इत्थों का इत्थे भुगता दे, जो कोई माड़ा मोटा है हिसाब किताब इत्थे भुगता जा, ताकि अगां सुरखरू होके जा। साढ़े इतिहास दो गुरु नाम ने जिन्हों ने ऐसे जीवन घटनाक्रम चक्र दासे वरताए। असी गाफल हाँ इस करके एक दूजे बारे दा रोंदे पिटदे रहने आ। गुरुदेव कृपा करन साडी गाफलता दी नींद टुटे, सानू होश आए, चेतनता दे विच आईए, ते सानू कोई समझ आए कि जो मृत्यु है जिन्हों आ मौत आपां कहने आ, एक वो खेल है करते दा जिहदे सदके साडे किसी नवें आयाम दा, किसी साडे नवें लेयर दा, किसी नवीं उचाई दा राह भी खुलदा है ते डिगदे भी। जिवें इक्के मोड़ ते जाके घरां च कई वार वेखी ना, इस तरह डिज़ाइन बनिया हुंदा, इक्के सी प्लेटफार्म ते उसे छज्जे ते खड़े होने आ, उत्ते तो एक पासे दी पौड़ियां उपर नूं जा रही होंदियां ने ते जे दूजे पासे मुड़ जाए तो पौड़ियां हेठां नूं जा रही होंदियां। असीं मनुखता दे उस प्लेटफार्म ते खड़े आ जिथे साड़ी उचाइयां दी पौड़ियां में आरंभ होंदियां ने ते जिथों साड़ी निचाई डूंघाई ते निवाण दी पौड़ी पता नहीं। इसी जिन्हों असीं मौत कहने, एक ऐसा रहस्य का दरवाजा है कि पता नहीं साड़ी उचाई दी
पौड़ी शुरू होनी है कि नहीं चाहिए। इस करके गाफलता की नींद तो बाहर आइए तो अपनी ऊंचाई की गल करिए, उच्चे जाण की गल। इसे करके अज तक जिन्ने को वड्डियां की संगत आपने की असां की, उहदे च इक्को गल सुरत उच्ची उठे। कदे किसी के बाबत कहा कि सुरत अध्यात्म धर्म च सुरत नीवी जाए, नहीं, सानू यही कहा भाई सुरत उच्ची जाए। सुरत उच्ची जाण दे नाल नाल की होवे, तन हंता छुट जाए। तन हंता हुंदा है शरीर की पकड़, मैनू होर लमेरा जीवन दिओ, ये चाहत ही मुक जाए। मैनू होर लंबा, आम साधारण लोग मानते हैं अज भी मैनू लंबी उम्र मिले, पर गुरमुख ने कहा नहीं, जितना समा तुहाडे हुक्म चाहे उतना ही मिले। पर बेनती है शरीर जितना च रवे, मिलद्या मिलद्या तन हंता छुट जाए, तन की पकड़ छुट जाए। आ कल शामी थे आप बैठे पढ़ रहे सा ना, बाबा हरदयाल गुरु नानक पातशाह के प्यारे ने मिले ने, तो जो सतगुरु पातशाह के विवाद तो बाद खुशियों के वक्त उचेचे तौर पर महाराजा ने बुला के पूछया भी की कोई तुहाडे मन की ख्वाहिश है। कहन लगे जिस दिन तुसां पहले दिन मेरा हाथ फड़ के कहा सी मैनू जनेऊ ना पायो, मेरा मन तो उदों का टिक गया, कोई ख्वाहिश लालसा नहीं रह गई। हुण कहन लगे फिर भी, कहन लगे हुण जब तक शरीर हुक्म है रहन दिओ, हुण तो मुक्ति दिओ। महाराज कहन लगे तुसी ते मुक्त हो, तुसी ते मुक्त हो, बस कुछ समा हो रह गया है, तुसां शरीर छड्ड के इदां पार निकल जाना है जिवें हाथी तो फुल उतार दिता जाता है। तो हाथी तो फुल ला तो किन्ना को भार लगेगा, किन्ना को उतारिया पता ही नहीं लगना, अखां मीटियां इधर की उधर हो गए। गाफलता दी नीत कहन लगे गाफल संसारो, रोवण सगल बेकारो, गाफल संसारो क्यों रोंदे ने, माया कारण रोवे। असीं तुसीं कि अपने वडेरे अपने घर परिवार किसी के चलन ते क्यों रोने आ, साडा बहुता मकसद माया हुंदा। विरले टावें जी ने तो थोड़ा समा हुंदा है जो प्रेम रुआंदा है, ये नहीं कि प्रेम नहीं रुआंदा। जितना कोई नज़दीकी होएगा उतना प्रेम च रोएगा। जो किसी पढ़े जिस तन लागे सोई जाने, अवर के जाने पीर परैया। अगर किसी माँ का पुत्र गया तो माँ तो रो रही है प्रेम च, अगर किसी की माँ चलेगी तो पुत्र भी रो रहा प्रेम च। पति पत्नी संबंध मापे भैन भरा कुछ प्रेम च रोंदे ने, पर बहुता आला दुआला अपने मतलब के धंधियां करके रो रहा हुंदा है। कई बार अपने निकटवर्ती संबंधां दे विच प्रेम नहीं हुंदा, मतलब हावी हो जाता तो मतलब रो रहा हुंदा है। महाराज कहण लगे माया कारण रोवे भाई, ये तो माया के कारण रोना है। चंगा मंदा किश सूझे नाही, फिर इन्हां नूं चंगे मंदे की समझ भी नहीं आ रही। जदों प्रेम च बंदा किसी की याद विच रोंदा ना, हुण अगली गल है कि वो रोना चंगा है कि मंदा है। ते सियाणे मनदे ने जदों किसी दे तुर जाण तो बाद तुसीं रोंदे हो तो कि चंगा कि मंदा है। असीं कहांगे पहले दर्शन पहले पड़ाव ते भी प्रेम च रोंदा प्यारा भाई, माता प्रेम च रो रही है, नहीं, माता रो ते प्रेम च रही है पर रोना चंगा नहीं है। पता क्यों, रोना भी है रो भी रही है पर चंगा इस करके नहीं कि यदि जो प्रेम की तंद है ना वो टुट नहीं रही, तो नतीजन उहदी अगली यात्रा हो नहीं रही। इस करके कहिंदे ने कि प्यारिओ जदों कोई जी चलाना कर जाए तो तुसीं रो भी रहे हो ना, तो सरोवण दे विच विरलाप वैण मत पाओ। की करिए मनुख ते फिर ना किते उदों गुरबाणी पैसे करके साडे वडेरिਆਂ ने सानू एक मर्यादा दिती है। जदों कोई जी चलाना कर जाए तो ਉਹਦੇ आले दुआले बह के पिटण की बजाय भाई उच्ची उच्ची वाहिगुरू 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 जाप करना, मन बैराग विच भी रहेगा, रो भी रहा होएगा, पर रोंदियां रोंदियां भी ध्यान रखी तेरे हथों वाहिगुरू दे सिमरन दा पल्ला, वाहिगुरू दे जाप दा पल्ला ना छुट जाए। इसे करके सियाणे कहंदे बह जो भाई सुखनी का पाठ कर लो, लाणियां का पाठ कर लो, कोई पाठ कर लो, जो मौके ते तुसीं कर सकते हो कर लो। जे होर कुछ नहीं कर सकते तो सतनाम वाहिगुरू ही जपी जाओ, जे होर कुछ नहीं कर सकते, क्योंकि हुक्म है मत मैं पिछे कोई रोग सी सो मैं मूल ना पाया। भाई सानू रोना वैराग है, साडा रोना प्रेम हो सकता है, पर जिहदे वास्ते रो रहे हो उन्होंने नहीं जी चंगा लगता, क्योंकि उहदी यात्रावां नूं रुकावट पैदा होती, उन्होंने खिच पैदा होती, वो अगे जिथे जाना उन्हें नहीं जा पाता।
इस करके महाराज चंगा मंदा कि सूझे ना ही, क्योंकि मनुख है उन्हें किसी के चंगे मंदे बारे नहीं पता लगता, अपना चंगा मंदा करी जाता है कि सूझे ना ही। यह तन इवै खोवै ते रोण रोण करके अपना भी नुकसान करदा, अपने शरीर का नुकसान भी करता। वेखे है बहुता रोण वाले अपने बीमारियां मुल लै लेंदे ने। महाराज कहने लगे समझ नहीं आ रही कि चंगा कि मंदा, अपने लालचां करके ते अपने प्रेम च ही रोई जाता ते अपने तन का नुकसान कर बैठा है। फिर समझाते कहने लगे प्यारे सुनो, इत्थे आया सब को जासी, जिहड़ा भी मातलोक ते जन्म लैके आया ना उन्हें इत्थों जाना ही जाना है। ये गल पक्की है। भाई मूला जी दे राही नानक सतगुरु जी ने लिखवा दिता है कि मरना सच है। इत्थे आया सब को जासी, फिर कूड़ करो अहंकारो ते दावा कादा कर दो कि मैं कद तक करांगा नहीं। इस करके महाराज आवन जानक खेल बनाया, ये तुहाडा है खेल है। हुक्म च आए हाँ, हुक्म च चले जाना। घले आवै नानका सदे उठे जाहे। कहने लगे कूड़ करो अहंकारो नानक, रोना बाबा जानिए जे रोवे लाए प्यारो। फिर भी तेरे रोण नूं तां जानिया जाए जे तू प्यार विच रोंदा होवे, किते लालच करके ना रोवी, किते धंधियां करके ना रोवी, किते दिखावियां करके ना रोवी। जे तेनों किते रोण आवे भी तो चेता रखने रोण प्यार दा होना चाहिए। तो जे प्यार विच रोया तो तेरा रोना भी प्रवान हो जाएगा। गुरुदेव कृपा करन ये रहस सानूं हौली हौली समझ आ जाए तो असीं भी अगले भेतां नूं जाण सकीए। अगले शब्दां आने वाले होर बख्शिशां वरतणगीਆਂ। भुल चुक दे खिमा आसीस ते प्यार दिंदे फतेह बुलावना। वाहिगुरू जी का खालसा वाहिगुरू जी की फतेह।